ਰਾਣੀ ਨੇ ਆਪਣੀ ਨੂੰਹ ਨੂੰ ਕਿਹਾ ਕਿ ਤੂੰ ਕੱਪੜੇ ਧੋਣ ਲੱਗੀ ਹੈ ਤਾਂ ਮੇਰੇ ਕੱਪੜੇ ਵੀ ਧੋ ਦੇ। ਠੰਡ ਵਿੱਚ ਮੇਰੇ ਹੱਥ ਸੁੱਜ ਜਾਂਦੇ ਨੇ ਤੇ ਤੂੰ ਮਸ਼ੀਨ ਵਿੱਚ ਪਾ ਦੇਵੀਂ, ਨਾਲੇ ਚੰਗੀ ਤਰ੍ਹਾਂ ਸਾਫ਼ ਹੋ ਜਾਣਗੇ। ਇੰਨਾ ਹੀ ਸੁਣਦੇ ਉਸ ਦੀ ਨੂੰਹ ਨੂੰ ਗੁੱਸਾ ਆਇਆ ਤੇ ਉਸਨੇ ਕਿਹਾ, ਬੁੜੀਏ, ਤੇਰੀ ਇੰਨੀ ਹਿੰਮਤ, ਤੂੰ ਮੈਨੂੰ ਕਵੇਂ ਕਿ ਮੇਰੇ ਕੱਪੜੇ ਧੋ ਦੇ, ਮੈਂ ਤੇਰੀ ਨੌਕਰ ਲੱਗੀ ਹਾਂ। ਇਹ ਵਿੱਚ ਹੀ ਉਸਨੇ ਆਪਣੀ ਸੱਸ ਦੇ ਵਾਲ ਫੜ ਕੇ ਉਸਨੂੰ ਧੱਕਾ ਦੇ ਦਿੱਤਾ। ਰਾਜ ਰਾਣੀ ਕੰਧ ਨਾਲ ਵੱਜੀ ਤੇ ਉਸ ਦਾ ਸਿਰ ਕੰਧ ਨਾਲ ਟਕਰਾ ਗਿਆ। ਉਹ ਦਰਦ ਨਾਲ ਚੀਕਦੀ ਰਹੀ ਤੇ ਕੰਧ ਦਾ ਸਹਾਰਾ ਲੈ ਕੇ ਆਪਣੇ ਕਮਰੇ ਵਿੱਚ ਜਾ ਕੇ ਮੰਜੇ ਤੇ ਬੇਸੁੱਧ ਹੋ ਕੇ ਗਿਰ ਗਈ। ਮੰਜੇ ਤੇ ਪਏ ਪਤਾ ਨਹੀਂ ਕਦੋਂ ਉਸ ਦੀ ਅੱਖ ਲੱਗ ਗਈ ਤੇ 2 ਘੰਟੇ ਬਾਅਦ ਜਦੋਂ ਅੱਖ ਖੁੱਲੀ ਉਸਨੇ ਦੇਖਿਆ ਉਸ ਦਾ ਮੱਥਾ ਸੁੱਜ ਗਿਆ ਸੀ। ਉਸ ਨੂੰ ਬਹੁਤ ਦਰਦ ਹੋ ਰਿਹਾ ਸੀ। ਭੁੱਖ ਵੀ ਬੜੀ ਤੇਜ਼ ਲੱਗੀ ਸੀ। ਉਹ ਹੌਲੀ-ਹੌਲੀ ਉੱਠੀ ਤੇ ਨੂੰਹ ਨੂੰ ਕਿਹਾ, ਪੁੱਤ, ਮੈਨੂੰ ਕੁਝ ਖਾਣ ਨੂੰ ਦੇ ਦੇ, ਮੈਨੂੰ ਬਹੁਤ ਭੁੱਖ ਲੱਗੀ ਹੈ। ਕੱਲ ਰਾਤ ਤੋਂ ਮੈਂ ਕੁਝ ਨਹੀਂ ਖਾਧਾ, ਬੜੀ ਕਮਜ਼ੋਰੀ ਲੱਗ ਰਹੀ ਹੈ। ਨੂੰਹ ਰਸੋਈ 'ਚ ਗਈ ਤੇ ਬਾਸੀ ਸੁੱਕੀ ਰੋਟੀ ਲੈ ਕੇ ਜ਼ਮੀਨ ਤੇ ਸੁੱਟਦੇ ਹੋਏ ਕਿਹਾ, ਚੱਕ ਲੈ ਤੇ ਇਸ ਨੂੰ ਖਾਣ ਤੋਂ ਬਾਅਦ ਭਾਂਡੇ ਮਾਂਜ ਦੇ, ਭਾਂਡਿਆਂ ਦਾ ਢੇਰ ਲੱਗਿਆ ਪਿਆ ਹੈ। ਰਾਜ ਰਾਣੀ ਦਾ ਭੁੱਖ ਨਾਲ ਬਹੁਤ ਬੁਰਾ ਹਾਲ ਸੀ। ਉਸ ਨੂੰ ਜੋ ਮਿਲਿਆ ਉਸਨੇ ਉਹੀ ਖਾ ਲਿਆ। ਉਸਨੇ ਜਲਦੀ ਨਾਲ ਰੋਟੀ ਦਾ ਟੁਕੜਾ ਜ਼ਮੀਨ ਤੋਂ ਚੁੱਕਿਆ ਤੇ ਆਪਣੇ ਕਮਰੇ ਵਿੱਚ ਚਲੀ ਗਈ। ਰੋਟੀ ਸੁੱਕੀ ਪਈ ਸੀ, ਉਸ ਤੋਂ ਖਾਧੀ ਵੀ ਨਹੀਂ ਜਾ ਰਹੀ ਸੀ। ਉਸਨੇ ਰੋਟੀ ਨੂੰ ਪਾਣੀ ਵਿੱਚ ਗਿੱਲਾ ਕਰਕੇ ਉਸ ਤੋਂ ਬਾਅਦ ਰੋਟੀ ਖਾਧੀ, ਕਿਉਂਕਿ ਫੇਰ ਰੋਟੀ ਥੋੜੀ ਨਰਮ ਹੋ ਗਈ। ਰਾਜ ਰਾਣੀ ਨੇ ਏਦਾਂ ਦੇ ਦਿਨ ਕੱਟ ਰਹੀ ਸੀ। 2-3 ਦਿਨ ਬਾਅਦ ਇੱਕ ਅੱਧੀ ਰੋਟੀ ਉਸ ਨੂੰ ਸੁੱਟ ਦਿੰਦੀ ਤੇ ਉਹ ਚੁੱਕ ਕੇ ਏਦਾਂ ਹੀ ਪਾਣੀ 'ਚ ਡੁਬੋ ਕੇ ਖਾ ਲੈਂਦੀ। ਉਸ ਦਾ ਸਰੀਰ ਕਮਜ਼ੋਰ ਹੋ ਗਿਆ ਸੀ ਤੇ ਉਹ ਬਿਲਕੁਲ ਸੁੱਕ ਗਈ ਸੀ। ਇੱਕ ਦਿਨ ਮੰਜੇ ਤੇ ਪਏ ਪਤਾ ਨਹੀਂ ਕਿਹੜੀ ਚਿੰਤਾ ਹੋ ਗਈ ਉਸ ਨੂੰ, ਉਸ ਦੀ ਨੂੰਹ ਕਿੱਦਾਂ ਦਾ ਵਰਤਾਓ ਕਰਦੀ ਹੈ। ਉਸਨੇ ਕਦੇ ਸੋਚਿਆ ਵੀ ਨਹੀਂ ਸੀ। ਘਰ ਵਾਲੇ ਦੇ ਜਾਣ ਤੋਂ ਬਾਅਦ 3 ਮਹੀਨੇ ਹੀ ਹੋਏ ਸੀ ਜਦੋਂ ਉਸ ਦੀ ਨੂੰਹ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ। ਉਸ ਸਮੇਂ ਤਾਂ ਰਾਜ ਰਾਣੀ ਦੇ ਦਿਲ ਵਿੱਚੋਂ ਦਰਦ ਘੱਟ ਵੀ ਨਹੀਂ ਹੋਇਆ ਸੀ। ਉਹ ਆਪਣੇ ਘਰ ਵਾਲੇ ਦੀ ਯਾਦ ਵਿੱਚ ਰੋਂਦੀ ਰਹਿੰਦੀ ਸੀ। ਉਸ ਦੇ ਦਿਲ ਵਿੱਚ ਪਤਾ ਨਹੀਂ ਕਿੰਨਾ ਕੁ ਤੂਫਾਨ ਚੱਲ ਰਿਹਾ ਸੀ। ਉਸ ਨੂੰ ਇਸ ਸਮੇਂ ਇੰਨਾ ਦਰਦ ਹੋ ਰਿਹਾ ਸੀ ਕਿ ਜੇ ਉਹ ਦਰਦ ਕਿਸੇ ਦਰਖਤ ਨੂੰ ਹੋਵੇ ਤਾਂ ਉਹ ਫਟ ਜਾਵੇ। ਇਹੀ ਦਿਨ ਦੇਖਣਾ ਬਾਕੀ ਰਹਿ ਗਿਆ ਸੀ। ਪੁੱਤ ਵੀ ਆਪਣੀ ਘਰਵਾਲੀ ਦਾ ਸਾਥ ਦਿੰਦਾ। ਆਪਣੀ ਨੂੰਹ, ਜਿਸ ਨੂੰ ਬੜੇ ਅਰਮਾਨਾਂ ਨਾਲ ਵਿਆਹ ਕੇ ਘਰ ਲੈ ਕੇ ਆਈ ਸੀ, ਉਸ ਦੇ ਹੱਥੋਂ ਕੁੱਟ ਖਾਂਦੀ ਨੂੰ ਤੇ ਪੁੱਤ ਇੰਨੀ ਨੀਚ ਹਰਕਤਾਂ ਕਰਦਾ। ਰਾਜ ਰਾਣੀ ਸੋਚਦੀ ਕਿ ਜੇ ਧਰਤੀ ਫਟ ਜੇ, ਮੈਂ ਇਸ ਵਿੱਚ ਸਮਾ ਜਾਵਾਂ। ਤੁਸੀਂ ਮੈਨੂੰ ਛੱਡ ਕੇ ਕਿਉਂ ਚਲੇ ਗਏ? ਇਹੀ ਦਿਨ ਦੇਖਣਾ ਸੀ ਤਾਂ ਮੈਨੂੰ ਪਰਮਾਤਮਾ ਲੈ ਕਿਉਂ ਨਹੀਂ ਗਿਆ? ਰਾਜ ਰਾਣੀ ਆਪਣੇ ਘਰ ਵਾਲੇ ਨੂੰ ਯਾਦ ਕਰਕੇ ਹੋਰ ਵੀ ਜ਼ਿਆਦਾ ਰੋਣ ਲੱਗੀ। ਰਾਜ ਰਾਣੀ ਸੋਚਦੀ ਸੀ ਕਿ ਜਦੋਂ ਮੈਂ ਇਸ ਘਰ ਵਿੱਚ ਵਿਆਹ ਕੇ ਆਈ ਸੀ ਤਾਂ ਕਿੰਨੀ ਗਰੀਬੀ ਸੀ। ਦਿਨ ਰਾਤ ਮਿਹਨਤ ਕੀਤੀ, ਸਹੁਰੇ ਪਰਿਵਾਰ ਦੀ ਸੇਵਾ ਕੀਤੀ। ਬੱਚਾ ਨਹੀਂ ਹੋ ਰਿਹਾ ਸੀ ਤਾਂ ਕਿੰਨੀਆਂ ਹੀ ਥਾਵਾਂ ਤੇ ਜਾ ਕੇ ਮੰਨਤਾਂ ਮੰਗੀਆਂ, ਮੱਥੇ ਟੇਕੇ। ਫੇਰ ਜਾ ਕੇ ਵਿਆਹ ਤੋਂ 10 ਸਾਲ ਬਾਅਦ ਉਹਨਾਂ ਦਾ ਪੁੱਤ ਆਕਾਸ਼ ਹੋਇਆ ਸੀ। ਕਿੰਨੇ ਲਾਡ ਨਾਲ ਉਸ ਨੂੰ ਪਾਲਿਆ, ਵੱਡਾ ਕੀਤਾ, ਆਪਣੀਆਂ ਖੁਸ਼ੀਆਂ ਦੀ ਬਲੀ ਦੇ ਕੇ ਉਸ ਨੂੰ ਹਰ ਖੁਸ਼ੀ ਦਿੱਤੀ, ਪੜ੍ਹਾਇਆ, ਇਸ ਕਾਬਲ ਬਣਾਇਆ ਕਿ ਅੱਜ ਉਹ ਇੱਕ ਚੰਗੀ ਕੰਪਨੀ ਵਿੱਚ ਨੌਕਰੀ ਕਰਦਾ ਹੈ। ਇਸ ਪੁੱਤ ਨੂੰ ਅੱਜ ਮਾਂ ਦੀ 2 ਵਕਤ ਦੀ ਰੋਟੀ ਵੀ ਬੋਝ ਲੱਗਦੀ ਹੈ। ਰਾਜ ਰਾਣੀ ਪੂਰੀ ਰਾਤ ਰੋਂਦੀ ਰਹਿੰਦੀ। ਉਸ ਦੀਆਂ ਅੱਖਾਂ ਸੁੱਜ ਜਾਂਦੀਆਂ, ਉਸ ਨੂੰ ਚੈਨ ਨਹੀਂ ਆਉਂਦਾ ਸੀ। ਦੁਪਹਿਰ ਤੋਂ ਰਾਤ ਤੇ ਰਾਤ ਤੋਂ ਸਵੇਰ ਹੋ ਜਾਂਦੀ, ਪਰ ਨੂੰਹ ਤੇ ਪੁੱਤ ਉਸ ਦੇ ਕੋਲ ਨਾ ਆਉਂਦੇ। ਇਸ ਗੱਲ ਦਾ ਵੀ ਰਾਜ ਰਾਣੀ ਨੂੰ ਬਹੁਤ ਦੁੱਖ ਸੀ ਤੇ ਬੜੀ ਤਕਲੀਫ ਸੀ। ਉਸ ਨੇ ਆਪਣੇ ਹੰਝੂ ਪੂੰਝੇ ਤੇ ਖੜੀ ਹੋ ਗਈ ਤੇ ਇੱਕ ਬੈਗ ਲਿੱਤਾ। ਉਸ ਵਿੱਚ ਉਸਨੇ ਆਪਣੇ ਕੁਝ ਕੱਪੜੇ ਰੱਖੇ, ਜ਼ਮੀਨ ਤੇ ਘਰ ਦੇ ਕਾਗਜ਼ ਰੱਖੇ, ਜਿੰਨਾ ਵੀ ਗਹਿਣਾ ਉਸ ਕੋਲ ਸੀ ਉਸਨੇ ਆਪਣੇ ਬੈਗ ਵਿੱਚ ਰੱਖ ਲਿੱਤਾ ਤੇ ਆਪਣੇ ਘਰ ਤੋਂ ਚਲੀ ਗਈ। ਜਦੋਂ ਘਰ ਤੋਂ ਜਾ ਰਹੀ ਸੀ ਤੇ ਨੂੰਹ ਤੇ ਪੁੱਤ ਨੇ ਰੋਕਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ। ਰਾਜ ਰਾਣੀ ਸਮਾਨ ਲੈ ਕੇ ਬਾਹਰ ਨਿਕਲੀ। ਉਹ ਸੋਚਦੀ ਸੀ ਕਿ ਜਦੋਂ ਮੈਂ ਇਸ ਘਰ 'ਚ ਵਿਆਹ ਕੇ ਆਈ ਸੀ, ਕਦੇ ਕਿਤੇ ਨਹੀਂ ਸੀ ਗਈ, ਇੱਥੋਂ ਤੱਕ ਕਿ ਆਪਣੇ ਪੇਕੇ ਵੀ ਨਹੀਂ ਜਾਂਦੀ ਸੀ। ਸਹੁਰੇ ਘਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੀ ਸਾਰੀ ਉਮਰ ਲੰਘ ਗਈ ਸੀ। ਇਹੀ ਗੱਲਾਂ ਰਾਜ ਰਾਣੀ ਆਪਣੇ ਦਿਲ ਵਿੱਚ ਬੈਠੀ ਸੋਚ ਰਹੀ ਸੀ ਕਿ ਏਦਾਂ ਦੀ ਕਦੀ ਨੌਬਤ ਨਹੀਂ ਆਈ ਸੀ ਕਿ ਪੇਕੇ ਜਾਣਾ ਪਵੇ। ਇੱਕ ਰਾਤ ਲਈ ਆਪਣੇ ਘਰ ਵਾਲੇ ਨਾਲ ਪੇਕੇ ਜਾਂਦੀ ਤੇ ਸਾਰਿਆਂ ਨੂੰ ਮਿਲ ਕੇ ਵਾਪਸ ਆ ਜਾਂਦੀ, ਪਰ ਹੁਣ ਉਸ ਨੂੰ ਦੁੱਖ ਹੋ ਰਿਹਾ ਸੀ ਕਿ ਮੈਂ ਕਿੱਥੇ ਜਾਵਾਂ, ਕਿਸ ਕੋਲ ਜਾਵਾਂ।
ਬੜੀ ਹਿੰਮਤ ਕਰਕੇ ਰਾਜ ਰਾਣੀ ਆਪਣੇ ਭਰਾ ਦੇ ਘਰ ਗਈ, ਜੋ ਕਿ ਇੱਕ ਵਕੀਲ ਸੀ। ਰਾਜ ਰਾਣੀ ਨੇ ਦੇਖਿਆ ਤਾਂ ਉਹ ਚੌਂਕ ਗਿਆ। ਕਹਿਣ ਲੱਗਿਆ, ਰਾਜ ਰਾਣੀ ਅਚਾਨਕ ਕਿੱਦਾਂ ਆ ਗਈ? ਤੂੰ ਤਾਂ ਕਦੇ ਨਹੀਂ ਆਉਂਦੀ ਹੁੰਦੀ। ਤੇਰਾ ਪੁੱਤ ਤੇਰੇ ਨਾਲ ਨਹੀਂ ਆਇਆ? ਸਭ ਠੀਕ ਹੈ? ਸਾਰਿਆਂ ਨੇ ਰਾਜ ਰਾਣੀ ਦਾ ਸਵਾਗਤ ਕੀਤਾ, ਉਸ ਨੂੰ ਚਾਹ ਪਾਣੀ ਪਿਆਇਆ। ਉਸ ਨੂੰ ਦੇਖ ਕੇ ਸਾਰੇ ਖੁਸ਼ ਹੋ ਰਹੇ ਸੀ ਕਿ ਰਾਜ ਰਾਣੀ ਆਈ ਹੈ। ਸਭ ਉਸ ਨੂੰ ਪਰਿਵਾਰ ਦੀ ਕੁਸ਼ਲ ਮੰਗਲ ਪੁੱਛ ਰਹੇ ਸੀ। ਰਾਜ ਰਾਣੀ ਨੇ ਆਪਣਾ ਸਮਾਨ ਇੱਕ ਪਾਸੇ ਰੱਖਿਆ ਤੇ ਸੋਫੇ ਤੇ ਬੈਠ ਗਈ। ਉਸ ਦੀ ਭਰਜਾਈ ਨੇ ਉਸ ਨੂੰ ਉਸ ਦੀ ਪਸੰਦ ਦਾ ਖਾਣਾ ਖਵਾਇਆ, ਪਰ ਰਾਜ ਰਾਣੀ ਬਹੁਤ ਉਦਾਸ ਸੀ। ਉਸ ਦੇ ਚਿਹਰੇ ਤੋਂ ਪਰੇਸ਼ਾਨੀ ਦਿਸ ਰਹੀ ਸੀ। ਭਰਾ ਨੇ ਪੁੱਛਿਆ, ਰਾਜ ਰਾਣੀ ਕੀ ਗੱਲ ਹੈ? ਤੂੰ ਇੰਨੀ ਉਦਾਸ ਕਿਉਂ ਹੈ? ਮੈਂ ਤੈਨੂੰ ਉਦਾਸ ਕਦੇ ਨਹੀਂ ਦੇਖਿਆ, ਨਾ ਤੂੰ ਕਦੇ ਇੰਨਾ ਸਮਾਨ ਲੈ ਕੇ ਆਈ ਹੈ। ਸਭ ਠੀਕ ਹੈ, ਕੋਈ ਦਿੱਕਤ ਤਾਂ ਨਹੀਂ? ਰਾਜ ਰਾਣੀ ਨੇ ਕੁਝ ਨਾ ਕਿਹਾ, ਬਸ ਇੰਨਾ ਹੀ ਕਿਹਾ ਕਿ ਨਹੀਂ ਨਹੀਂ, ਮੈਂ ਤਾਂ ਤੁਹਾਨੂੰ ਮਿਲਣ ਆ ਗਈ। ਮੇਰਾ ਉੱਥੇ ਦਿਲ ਨਹੀਂ ਸੀ ਲੱਗਦਾ। ਰਾਜ ਰਾਣੀ ਨੂੰ ਆਪਣੇ ਪੇਕੇ ਘਰ ਰਹਿੰਦੇ ਕਾਫੀ ਦਿਨ ਬੀਤ ਗਏ ਸੀ, ਪਰ ਉਸ ਨੂੰ ਕੋਈ ਮਿਲਣ ਨਹੀਂ ਆਇਆ ਸੀ। ਉਸ ਦੇ ਨੂੰਹ ਪੁੱਤ ਨੇ ਉਸ ਦੀ ਇੱਕ ਵਾਰ ਵੀ ਖਬਰ ਨਹੀਂ ਲਈ। ਉਹ ਸੋਚਦੀ ਕਿ ਮੈਨੂੰ ਮੇਰਾ ਪੁੱਤ ਲੈਣ ਵੀ ਨਹੀਂ ਆਇਆ, ਨਾ ਹੀ ਫੋਨ ਕਰਕੇ ਮੇਰਾ ਹਾਲ ਪੁੱਛਿਆ। ਫਿਰ ਰਾਜ ਰਾਣੀ ਆਪਣਾ ਸਮਾਨ ਆਪਣੇ ਕਮਰੇ ਵਿੱਚ ਲੈ ਕੇ ਚਲੀ ਗਈ ਅਤੇ ਖਿਆਲਾਂ ਵਿੱਚ ਖੋ ਗਈ, ਅਤੇ ਜਿੱਦਾਂ ਹੀ ਮੰਜੇ ਤੇ ਪਈ ਆਪਣੀ ਨੂੰਹ ਦਾ ਵਰਤਾਓ ਯਾਦ ਕਰਕੇ ਦੁਖੀ ਹੋ ਰਹੀ ਸੀ। ਉਸ ਨੂੰ ਉਹ ਸਾਰਾ ਸੀਨ ਯਾਦ ਆ ਰਿਹਾ ਸੀ, ਪਰ ਉਹ ਕਿਸੇ ਨੂੰ ਕੁਝ ਨਹੀਂ ਕਹਿ ਸਕਦੀ ਸੀ। ਅੰਦਰ ਹੀ ਅੰਦਰ ਘੁੱਟਦੀ ਰਹੀ। ਅੱਖਾਂ ਵਿੱਚੋਂ ਹੰਝੂ ਬਹਿ ਰਹੇ ਸੀ ਜੋ ਉਹ ਸਾਫ਼ ਕਰਦੀ ਸੀ। ਨੀਂਦ ਵੀ ਉਸ ਨੂੰ ਨਹੀਂ ਆ ਰਹੀ ਸੀ। ਜ਼ਬਰਦਸਤੀ ਕੋਸ਼ਿਸ਼ ਕਰਦੀ, ਫਿਰ ਅੱਖਾਂ ਖੋਲ ਲੈਂਦੀ। ਅੱਧੀ ਰਾਤ ਵਿੱਚ ਜਾ ਕੇ ਨੀਂਦ ਆਈ ਤੇ ਅਗਲੀ ਸਵੇਰ ਉੱਠ ਕੇ ਉਸਨੇ ਨਾਸ਼ਤਾ ਕੀਤਾ ਤਾਂ ਰਾਜ ਰਾਣੀ ਨੇ ਸੋਚਿਆ ਕਿ ਅੱਜ ਸ਼ਾਇਦ ਮੇਰਾ ਨੂੰਹ ਤੇ ਪੁੱਤ ਮੈਨੂੰ ਲੈਣ ਆਉਣਗੇ। ਉਹ ਉਡੀਕਦੀ ਰਹੀ, ਪਰ ਕੋਈ ਨਹੀਂ ਆਇਆ। ਰਾਜ ਰਾਣੀ ਦਰਵਾਜ਼ੇ ਵੱਲ ਸਾਰਾ ਦਿਨ ਦੇਖਦੀ ਰਹੀ। ਦੇਖਦੇ ਦੇਖਦੇ ਸ਼ਾਮ ਹੋ ਗਈ ਸੀ। ਫਿਰ ਕੁਝ ਸੋਚ ਕੇ ਚੁੱਪ ਕਰ ਗਈ। ਹੁਣ ਤਾਂ ਰਾਤ ਦਾ ਸਮਾਂ ਹੋ ਗਿਆ ਸੀ। ਰੋਟੀ ਖਾ ਕੇ ਫਿਰ ਆਪਣੇ ਮੰਜੇ ਤੇ ਪੈ ਗਈ। ਫਿਰ ਸੋਚਾਂ ਵਿੱਚ ਡੁੱਬ ਗਈ। ਏਦਾਂ ਹੀ ਉਸ ਨੂੰ ਨੀਂਦ ਆ ਗਈ। ਸਵੇਰੇ ਜਦੋਂ ਉੱਠੀ ਤਾਂ ਸੋਚਿਆ, ਅੱਜ ਮੈਂ ਚਲੀ ਜਾਊਂਗੀ। ਏਦਾਂ ਹੀ 15 ਦਿਨ ਬੀਤ ਗਏ ਸੀ। ਸਭ ਇਹੀ ਸੋਚਦੇ ਸੀ ਕਿ ਬੁਰੀ ਬਲਾ ਟਲੀ, ਬੁੱਢੀ ਆਖਰ ਜਾਊਗੀ ਕਿੱਥੇ? ਆਪਣੇ ਭਰਾ ਦੇ ਘਰ ਹੀ ਜਾ ਕੇ ਬੈਠੀ ਹੋਣੀ। ਕੁਝ ਦਿਨਾਂ ਪਿੱਛੋਂ ਆਪੇ ਹੀ ਵਾਪਸ ਆ ਜਾਊਗੀ। ਤੇ ਰਹੀ ਜ਼ਮੀਨ ਜਾਇਦਾਦ ਦੀ ਗੱਲ, ਸਾਡੀ ਮਾਂ ਹੈ, ਲੈ ਕੇ ਕਿਤੇ ਜਾਊਗੀ ਅਤੇ ਸਾਡੇ ਨਾਂ ਹੀ ਕਰੂਗੀ। ਸਾਰਾ ਕੁਝ ਸਾਡਾ ਹੀ ਤਾਂ ਹੈ। ਉਧਰ ਰਾਜ ਰਾਣੀ ਜੀ ਆਪਣੇ ਭਰਾ ਨੂੰ ਦੱਸਣਾ ਚਾਹੁੰਦੀ ਸੀ, ਕਿਉਂਕਿ ਉਹਨਾਂ ਦੇ ਭਰਾ ਨੂੰ ਉਹਨਾਂ ਦੀ ਚਿੰਤਾ ਸਤਾ ਰਹੀ ਸੀ। ਉਹਨਾਂ ਨੇ ਆਪਣੀ ਘਰਵਾਲੀ ਨਾਲ ਵੀ ਇਸ ਬਾਰੇ ਗੱਲ ਕੀਤੀ। ਰਾਜ ਰਾਣੀ ਸਾਰਾ ਦਿਨ ਚਿੰਤਾ ਵਿੱਚ ਰਹਿੰਦੀ ਤੇ ਉਹਨਾਂ ਨੇ ਇੱਕ ਦਿਨ ਰਾਜ ਰਾਣੀ ਨੂੰ ਪੁੱਛਿਆ ਕਿ ਆਖਰ ਗੱਲ ਕੀ ਹੈ? ਤੂੰ ਆਪਣੇ ਭਰਾ ਨੂੰ ਦੱਸ, ਮੈਂ ਤੇਰੀ ਸਾਰੀ ਪਰੇਸ਼ਾਨੀ ਦੂਰ ਕਰ ਦਵਾਂਗਾ। ਮੈਨੂੰ ਪਤਾ ਹੈ ਤੂੰ ਜ਼ਰੂਰ ਅੰਦਰ ਹੀ ਅੰਦਰ ਘੁੱਟ ਰਹੀ ਹੈ। ਰਾਜ ਰਾਣੀ ਆਪਣੇ ਭਰਾ ਦੇ ਮੋਢੇ ਤੇ ਸਿਰ ਰੱਖ ਕੇ ਰੋਣ ਲੱਗੀ। ਉਸਨੇ ਸਾਰੀ ਗੱਲ ਰਾਜ ਰਾਣੀ ਨੇ ਦੱਸੀ। ਉਸਦੇ ਭਰਾ ਨੇ ਉਸ ਨੂੰ ਹੌਸਲਾ ਦਿੱਤਾ ਤੇ ਕਿਹਾ, ਤੇਰਾ ਭਰਾ ਜਿਉਂਦਾ ਹੈ, ਤੂੰ ਕਿਸੇ ਗੱਲ ਦੀ ਫਿਕਰ ਨਾ ਕਰ। ਭਰਾ ਨੇ ਰਾਜ ਰਾਣੀ ਨੂੰ ਬਹੁਤ ਹੌਸਲਾ ਦਿੱਤਾ। ਰਾਜ ਰਾਣੀ ਨੇ ਘਰ ਤੇ ਜ਼ਮੀਨ ਦੇ ਕਾਗਜ਼ ਆਪਣੇ ਭਾਈ ਨੂੰ ਵਿਖਾਏ। ਕੁਝ ਦਿਨ ਬਾਅਦ ਭਰਾ ਨੇ ਘਰ ਤੇ ਜ਼ਮੀਨ ਵੇਚਣ ਦੀ ਕਾਗਜ਼ੀ ਕਾਰਵਾਈ ਪੂਰੀ ਕਰਵਾਈ। ਘਰ ਤੇ ਜ਼ਮੀਨ ਕਿਸੇ ਬਿਲਡਰ ਨੂੰ ਵੇਚ ਦਿੱਤੀ। ਉੱਥੇ ਹੁਣ ਫਲੈਟ ਬਣਨੇ ਸੀ। ਉਸ ਦੇ ਜੋ ਪੈਸੇ ਆਏ ਉਸ ਨਾਲ ਉਹਨੇ ਇੱਕ ਛੋਟਾ ਜਿਹਾ ਘਰ ਆਪਣੇ ਭਰਾ ਦੇ ਘਰ ਕੋਲ ਖਰੀਦ ਲਿਆ ਅਤੇ ਰਾਜ ਰਾਣੀ ਉੱਥੇ ਰਹਿਣ ਲੱਗੀ ਤੇ ਉਸ ਦਾ ਬਾਕੀ ਪੈਸਾ ਬੈਂਕ ਵਿੱਚ ਰਾਜ ਰਾਣੀ ਦੇ ਨਾਂ ਤੇ ਜਮ੍ਹਾਂ ਕਰਵਾ ਦਿੱਤਾ, ਜੋ ਉਸ ਦੇ ਮਰਨ ਤੋਂ ਬਾਅਦ ਇੱਕ ਬਿਰਧ ਆਸ਼ਰਮ ਨੂੰ ਦੇ ਦਿੱਤੇ ਜਾਣਗੇ। ਤੇ ਪੁੱਤ ਨੂੰ ਕੋਰਟ ਵੱਲੋਂ ਘਰ ਖਾਲੀ ਕਰਨ ਦਾ ਨੋਟਿਸ ਭੇਜਿਆ ਗਿਆ। ਨੋਟਿਸ ਮਿਲਦੇ ਹੀ ਨੂੰਹ ਤੇ ਪੁੱਤ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਉਹਨਾਂ ਦੇ ਚਿਹਰੇ ਦੀਆਂ ਹਵਾਈਆਂ ਉੱਡ ਗਈਆਂ। ਭੱਜਦੇ ਭੱਜੇ ਨੂੰਹ ਤੇ ਪੁੱਤ ਆਪਣੀ ਮਾਂ ਕੋਲ ਆਏ। ਆਖਰਕਾਰ ਮਾਂ ਦੇ ਪੈਰਾਂ ਵਿੱਚ ਗਿਰ ਕੇ ਮਾਫ਼ੀ ਮੰਗਣ ਲੱਗੇ ਕਿ ਮਾਂ, ਸਾਨੂੰ ਮਾਫ਼ ਕਰ ਦੇ, ਸਾਡੇ ਨਾਲ ਏਦਾਂ ਨਾ ਕਰ। ਅੱਗੇ ਤੋਂ ਅਸੀਂ ਇਹ ਗਲਤੀ ਨਹੀਂ ਕਰਾਂਗੇ। ਆਪਾਂ ਸਾਰੇ ਮਿਲ ਕੇ ਰਹਾਂਗੇ। ਤੇ ਨੂੰਹ ਵੀ ਰਾਜ ਰਾਣੀ ਜੀ ਦੇ ਪੈਰਾਂ ਵਿੱਚ ਗਿਰ ਕੇ ਮਾਫ਼ੀ ਮੰਗ ਰਹੀ ਸੀ ਕਿ ਮਾਂ, ਮੈਨੂੰ ਮਾਫ਼ ਕਰ ਦਿਓ, ਮੈਂ ਤੁਹਾਡੀ ਬਹੁਤ ਸੇਵਾ ਕਰੂੰਗੀ। ਅੱਗੇ ਤੋਂ ਮੈਂ ਇਹੋ ਜਿਹਾ ਕੁਝ ਨਹੀਂ ਕਰਾਂਗੀ।
ਪਰ ਰਾਜ ਰਾਣੀ ਨੇ ਕਿਹਾ, ਜੋ ਮੇਰਾ ਘਰ ਵਾਲਾ ਮੇਰੇ ਨਾਮ ਕਰ ਗਿਆ ਸੀ, ਇਸ ਲਈ ਅੱਜ ਮੈਂ ਇੱਥੇ ਖੜੀ ਆ, ਨਹੀਂ ਤਾਂ ਤੁਸੀਂ ਲੋਕਾਂ ਨੇ ਮੈਨੂੰ ਜਿਉਂਦੇ ਜੀ ਮਾਰ ਦਿੱਤਾ ਸੀ। ਤੁਸੀਂ ਲੋਕਾਂ ਨੇ ਜਦ ਮੇਰੀ ਨਹੀਂ ਸੁਣੀ ਤਾਂ ਹੁਣ ਮੈਂ ਤੁਹਾਡੀ ਕਿਉਂ ਸੁਣਾ? ਤੁਹਾਡੀ ਲੋਕਾਂ ਦੀ ਇਹੀ ਸਜ਼ਾ ਹੈ ਕਿ ਕਿਤੇ ਵੀ ਜਾ ਕੇ ਰਹੋ ਤੇ ਅੱਗੇ ਤੋਂ ਜ਼ਿੰਦਗੀ ਵਿੱਚ ਮੈਨੂੰ ਸੁੱਖ ਤੇ ਚੈਨ ਨਾਲ ਜੀਣ ਦਿਓ। ਇੰਨਾ ਕਹਿ ਕੇ ਰਾਜ ਰਾਣੀ ਆਪਣੇ ਘਰ ਚਲੀ ਗਈ ਤੇ ਨੂੰਹ ਤੇ ਪੁੱਤ ਆਪਣਾ ਮੂੰਹ ਲਟਕਾ ਕੇ ਖੜੇ ਦੇ ਖੜੇ ਹੀ ਰਹਿ ਗਏ। ਹਾਂਜੀ ਦੋਸਤੋ, ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਣੀ। ਜੇਕਰ ਚੰਗੀ ਲੱਗੇ ਤਾਂ ਪਲੀਜ਼ ਕਹਾਣੀ ਨੂੰ ਲਾਈਕ ਸ਼ੇਅਰ ਕਰਿਓ ਜੀ। ਚੈਨਲ ਤੇ ਪਹਿਲੀ ਵਾਰੀ ਆਏ ਹੋ ਸਬਸਕ੍ਰਾਈਬ ਜ਼ਰੂਰ ਕਰਿਓ। ਪੰਜਾਬੀ ਵਿਰਸਾ ਕਹਾਣੀਆਂ ਨੂੰ ਸਪੋਰਟ ਕਰਿਓ। ਨੋਟੀਫਿਕੇਸ਼ਨ ਬੈਲ ਨੂੰ ਵੀ ਪ੍ਰੈਸ ਕਰ ਲਿਓ। ਆਪਾਂ ਫਿਰ ਮਿਲਾਂਗੇ ਇੱਕ ਵਧੀਆ ਜੀ ਕਹਾਣੀ ਨਾਲ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।